ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਅੱਛਾ ਹੋਏ ਸੀ। ਗੁਰੂਦੁਆਰੇ ਗੁਰਮਤਿ ਦੇ ਪ੍ਰਚਾਰ, ਅਭਿਆਸ ਅਤੇ ਪ੍ਰਸਾਰ ਦੀ ਕੇਂਦਰੀ ਧਰਮਸ਼ਾਲਾ ਹਨ, ਜਿੱਥੋਂ ਮਨੁੱਖ ਮਾਤਰ ਨੂੰ ਰੱਬੀ ਜੀਵਨ ਜਿਉਣ ਦੀ ਸੋਝੀ ਮਿਲਦੀ ਹੈ ਅਤੇ ਜਿੱਥੇ ਸੰਗਤ ਰਾਹੀਂ ਮਨੁੱਖ ਦੇ ਮਾੜੇ ਸੰਸਕਾਰ ਰੱਬੀ ਸੰਸਕਾਰਾਂ ਵਿੱਚ ਬਦਲ ਜਾਂਦੇ ਹਨ ਅਤੇ ਸਿੱਖੀ ਦਾ ਸਰੂਪ ਅਤੇ ਸਿਧਾਂਤ ਵਿਸ਼ਵ ਵਿੱਚ ਰੂਪਮਾਨ ਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਗੁਰਦੁਆਰੇ ਕੇਵਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਕੇਂਦਰ ਹੋਣ ਦੀ ਬਜਾਏ ਅਜੋਕੇ ਸਮੇਂ ਵਿੱਚ ਲੜਾਈਆਂ ਝਗੜਿਆਂ ਦਾ ਸਥਾਨ ਬਣ ਰਹੇ ਹਨ। ਇਹ ਕਿਉਂ ਹੋ ਰਿਹਾ ਹੈ? ਸਾਡੇ ਲਈ ਇਹ ਸਮਝਣਾ ਅਤ ਜ਼ਰੂਰੀ ਹੈ ਕਿ ਬਾਣੀ ਅਤੇ ਸੰਗਤ ਰਾਹੀਂ ਸਿੱਖ ਕਮਿਊਨਿਟੀ ਨੂੰ ਇੱਕ ਸੂਤਰ ਵਿੱਚ ਪਰੋ ਕੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰੂ ਸਾਹਿਬਾਨ ਦੇ ਆਪਣੇ ਹੱਥੀਂ ਸਥਾਪਿਤ ਕੀਤੀ ਇਹ ਮਹਾਨ ਸੰਸਥਾ ਗੁਰਦੁਆਰਾ ਅੱਜ ਆਪਣੇ ਇਸ ਮਿਸ਼ਨ ਵਿੱਚ ਕਿਉਂ ਫੇਲ ਹੁੰਦੀ ਪ੍ਰਤੀਤ ਹੋ ਰਹੀ ਹੈ। ਜੇ ਅਸੀਂ ਇਸ ਵਿਸ਼ੇ ਤੇ ਡੂੰਘਾ ਅਧਿਐਨ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹੇਗਾ ਕਿ ਗੁਰਦੁਆਰਿਆਂ ਵਿੱਚ ਝਗੜੇ ਦਾ ਮੂਲ ਕਾਰਨ ਗੁਰਦੁਆਰੇ ਦਾ ਪ੍ਰਬੰਧ ਹੁੰਦਾ ਹੈ। ਹਰ ਪੰਥ ਦਰਦੀ ਸਿੱਖ ਚਾਹੁੰਦਾ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਦੇ ਪ੍ਰਚਾਰ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਮਿਸ਼ਨ ਨੂੰ ਪ੍ਰਤੀਬੱਧ ਅਤੇ ਸੂਝਵਾਨ ਗੁਰਸਿੱਖਾਂ ਰਾਹੀਂ ਸਮੂਹ ਸੰਗਤ ਦੇ ਸਹਿਯੋਗ ਨਾਲ ਹੋਵੇ। ਪਰ ਫਿਰ ਵੀ ਅੱਜ ਅਸੀਂ ਇਹ ਸਰਬਸੰਮਤੀ ਅਤੇ ਏਕਤਾ ਨਾਲ ਕਿਉਂ ਨਹੀਂ ਹਾਸਲ ਕਰ ਪਾ ਰਹੇ? ਇਹ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ। ਹਰ ਸੁਹਿਰਦ ਸਿੱਖ ਮਾਈ ਭਾਈ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਕਿਵੇਂ ਚੱਲਿਆ ਜਾਵੇ, ਜਾਂ ਸਾਰਿਆਂ ਨੂੰ ਗੁਰਦੁਆਰਾ ਪ੍ਰਬੰਧ ਸੇਵਾ ਵਿੱਚ ਸ਼ਾਮਲ ਹੋਣ ਲਈ ਬਰਾਬਰ ਮੌਕਾ ਕਿਵੇਂ ਪ੍ਰਦਾਨ ਕੀਤਾ ਜਾਵੇ। ਅੱਜ ਅਸੀਂ ਇਹ ਕਿਵੇਂ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਹਰ ਕੋਈ ਵਿਅਕਤੀਗਤ ਨਿੱਜੀ ਤਰਜੀਹਾਂ ਤੋਂ ਉੱਪਰ ਉੱਠ ਕੇ ਗੁਰਦੁਆਰੇ ਦੇ ਅਸਲੀ ਉਦੇਸ਼ ਅਤੇ ਸਾਰਿਆਂ ਦੇ ਸਾਂਝੇ ਹਿੱਤ ਦੀ ਪੂਰਤੀ ਲਈ ਇੱਕ ਦੂਜੇ ਨਾਲ ਰਲ ਕੇ ਸੇਵਾ ਕਰ ਸਕੇ। ਆਓ ਵਿਚਾਰ ਕਰੀਏ ਕਿ ਸਾਡੀ ਗੁਰਦੁਆਰਾ ਪ੍ਰਬੰਧ ਚੋਣ ਪ੍ਰਣਾਲੀ ਕੀ ਹੈ। ਅਜੋਕੇ ਸਮੇਂ ਵਿੱਚ ਦੋ ਪ੍ਰਣਾਲੀਆਂ ਪ੍ਰਚਲਿਤ ਹਨ। ਇੱਕ ਵੋਟਾਂ ਰਾਹੀਂ ਬਹੁਸੰਮਤੀ ਦਾ ਇਲੈਕਸ਼ਨ ਸਿਸਟਮ ਅਤੇ ਦੂਜਾ ਗੁਰਮਤਿ ਰਾਹੀਂ ਸਰਬਸੰਮਤੀ ਦਾ ਸਿਲੈਕਸ਼ਨ ਸਿਸਟਮ। ਆਓ ਇਹਨਾਂ ਦੋਨਾਂ ਪ੍ਰਣਾਲੀਆਂ ਦੀ ਤੁਲਨਾ ਕਰਕੇ ਜਾਣੀਏ ਕਿ ਕਿਹੜੀ ਗੁਰਦੁਆਰੇ ਦੇ ਸਰਵੋਤਮ ਹਿੱਤ ਵਿੱਚ ਹੈ। ਬਹੁਸੰਮਤੀ ਸੈਟਅਪ ਵਿੱਚ ਸਰਕਾਰਾਂ ਬਣਾਉਣ ਲਈ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰ ਲੈ ਕੇ ਆਉਂਦੀਆਂ ਹਨ ਅਤੇ ਵੋਟਾਂ ਦੇ ਆਧਾਰ ਤੇ ਸਫਲ ਉਮੀਦਵਾਰ ਚੁਣੇ ਜਾਂਦੇ ਹਨ ਅਤੇ ਸਰਕਾਰ ਬਣਦੀ ਹੈ। ਇਹੋ ਹੀ ਸੈਟਅਪ ਸਾਡੇ ਗੁਰਦੁਆਰਿਆਂ ਵਿੱਚ ਵੀ ਅੱਜ ਆ ਗਿਆ ਹੈ। ਗੁਰਮਤਿ ਰਾਹੀਂ ਸਿਲੈਕਸ਼ਨ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਸੰਗਤ ਹਰ ਸੰਭਵ ਕੋਸ਼ਿਸ਼ ਕਰਕੇ ਹਰ ਸੇਵਾ ਲਈ ਇੱਕ ਉਮੀਦਵਾਰ ਨਾਮਜ਼ਦ ਕਰਦੀ ਹੈ ਅਤੇ ਅਜਿਹਾ ਕਰਨ ਵਿੱਚ ਸਫਲ ਹੋਣ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਗੁਰਮਤਾ ਕੀਤਾ ਜਾਂਦਾ ਹੈ। ਅਤੇ ਜੇ ਕਿਸੇ ਸੂਰਤ ਵਿੱਚ ਵੀ ਸਰਬਸੰਮਤੀ ਨਾ ਹੋ ਸਕੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਨਾਮ ਰੱਖ ਕੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਫੈਸਲੇ ਦੀ ਜਾਚਨਾ ਕੀਤੀ ਜਾਂਦੀ ਹੈ ਅਤੇ ਜਿਸ ਦਾ ਨਾਮ ਗੁਰੂ ਦੇ ਭਾਣੇ ਵਿੱਚ ਆ ਜਾਵੇ ਉਸ ਨੂੰ ਸਾਰੇ ਪ੍ਰਵਾਨ ਕਰਕੇ ਗੁਰਮਤਾ ਕਰ ਲੈਂਦੇ ਹਨ, ਪਰ ਕਿਸੇ ਵੀ ਸੂਰਤ ਵਿੱਚ ਵੋਟਾਂ ਨਹੀਂ ਪੈਂਦੀਆਂ। ਇਸ ਤਰ੍ਹਾਂ ਚੁਣੇ ਹੋਏ ਸੇਵਾਦਾਰਾਂ ਦੇ ਸਿਰ ਤੇ ਗੁਰੂ ਸਾਹਿਬ ਅਤੇ ਸਾਰੀ ਸੰਗਤ ਦਾ ਹੱਥ ਮੰਨਿਆ ਜਾਂਦਾ ਹੈ, ਜਿਸ ਨਾਲ ਸੰਗਤ ਵਿੱਚ ਸਰਬਸੰਮਤੀ ਅਤੇ ਏਕਤਾ ਪ੍ਰਫੁੱਲਤ ਹੁੰਦੀ ਹੈ ਅਤੇ ਰੱਬੀ ਬਰਕਤ ਹਾਸਲ ਹੁੰਦੀ ਹੈ। ਇਲੈਕਸ਼ਨ ਵਿੱਚ ਵੋਟਾਂ ਰਾਹੀਂ ਬਹੁਸੰਮਤੀ ਦੇ ਆਧਾਰ ਤੇ ਹੀ ਆਗੂ ਦੀ ਚੋਣ ਕੀਤੀ ਜਾਂਦੀ ਹੈ। ਇਹ ਇੱਕ ਐਸਾ ਤਰਾਜੂ ਹੈ ਜਿਸ ਵਿੱਚ ਤੋਲਿਆ ਨਹੀਂ ਗਿਣਿਆ ਜਾਂਦਾ ਹੈ, ਪਰ ਗੁਰਮਤਾ ਪ੍ਰਣਾਲੀ ਵਿੱਚ ਤੋਲਿਆ ਜਾਂਦਾ ਹੈ ਗੁਣਾਂ ਦੇ ਆਧਾਰ ਤੇ। ਸਮੂਹ ਸੰਗਤ ਵੱਲੋਂ ਗੁਰੂ ਦੇ ਭੈ ਵਿੱਚ ਇੱਕ ਆਗੂ ਸੇਵਾਦਾਰ ਚੁਣਨ ਵੇਲੇ ਇੱਥੇ ਨਾ ਤਾਂ ਇਲੈਕਸ਼ਨ ਪ੍ਰਵਾਨ ਹੈ ਤੇ ਨਾ ਹੀ ਤਾਨਾਸ਼ਾਹੀ, ਬਲਕਿ ਗੁਣਾਂ ਦੇ ਆਧਾਰ ਤੇ ਸਰਬਸੰਮਤੀ ਨਾਲ ਕੀਤੀ ਸਿਲੈਕਸ਼ਨ। ਇਲੈਕਸ਼ਨ ਵਿੱਚ ਹਮੇਸ਼ਾ ਜਿੱਧਰ ਬਹੁਸੰਮਤੀ ਹੋਵੇ ਫੈਸਲਾ ਉਸ ਦੇ ਹੱਕ ਵਿੱਚ ਹੀ ਹੋਵੇਗਾ, ਪਰ ਗੁਰਮਤਿ ਰਾਹੀਂ ਹਮੇਸ਼ਾ ਗੁਰਮਤਿ ਨੂੰ ਉੱਪਰ ਰੱਖਿਆ ਜਾਂਦਾ ਹੈ ਸਰਬਸੰਮਤੀ ਨਾਲ। ਇਲੈਕਸ਼ਨ ਵਿੱਚ ਵੋਟਾਂ ਰਾਹੀਂ ਇੱਕ ਧੜੇ ਦੀ ਨੁਮਾਇੰਦਗੀ ਹੀ ਅੱਗੇ ਆਵੇਗੀ, ਜਦੋਂ ਕਿ ਗੁਰਮਤਿ ਰਾਹੀਂ ਸਰਬਸੰਮਤੀ ਰਾਹੀਂ ਸਿਲੈਕਸ਼ਨ ਕਰਕੇ ਅੱਗੇ ਆਏ ਸੇਵਾਦਾਰ ਗੁਰੂ ਅਤੇ ਗੁਰੂ ਰੂਪ ਸੰਗਤ ਦੇ ਨੁਮਾਇੰਦਾ ਹੋਣਗੇ। ਸਾਧ ਸੰਗਤ ਜੀ, ਜਰਾ ਸੋਚੋ, ਵੋਟਾਂ ਰਾਹੀਂ ਇਲੈਕਸ਼ਨ ਸਾਡੇ ਗੁਰਦੁਆਰਿਆਂ ਵਿੱਚ ਕਿਵੇਂ ਆ ਗਏ? ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕੀਤੀਆਂ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਜਦੋਂ ਗੁਰਦੁਆਰਾ ਸੇਵਾ ਪ੍ਰਬੰਧ ਸਿੱਖਾਂ ਨੂੰ ਮਿਲਿਆ ਤਾਂ ਅੰਗਰੇਜ਼ ਹਕੂਮਤ ਨੇ ਬੜੀ ਚਲਾਕੀ ਨਾਲ ਵੋਟ ਪ੍ਰਣਾਲੀ ਗੁਰਦੁਆਰਾ ਐਕਟ ਬਣਾਉਣ ਵੇਲੇ ਸਾਡੇ ਤੇ ਥੋਪ ਦਿੱਤੀ, ਜਿਸ ਦੇ ਬਾਰੇ ਵਿੱਚ ਉਸ ਵੇਲੇ ਪੰਜਾਬ ਦੇ ਕਾਨੂੰਨ ਮੰਤਰੀ ਸਰ ਫਜ਼ਲ ਹੁਸੈਨ ਦੀ ਇਹ ਟਿੱਪਣੀ ਸੀ ਕਿ ਸਿੱਖਾਂ ਨੇ ਐਸਾ ਐਕਟ ਪ੍ਰਾਪਤ ਕਰਕੇ ਭਾਰੀ ਭੁੱਲ ਕੀਤੀ ਹੈ, ਜਿਸ ਦਾ ਖਮਿਆਜ਼ਾ ਇਹ ਲੋਕ ਪਤਾ ਨਹੀਂ ਕਦੋਂ ਤੱਕ ਭੁਗਤਣਗੇ। ਇੰਗਲੈਂਡ, ਜਿਸ ਨੂੰ ਲੋਕ ਰਾਜ ਦਾ ਪੰਗੂੜਾ ਮੰਨਿਆ ਜਾਂਦਾ ਹੈ, ਉੱਥੇ ਕਿਸੇ ਵੀ ਗਿਰਜੇ
ਜੇ ਧਾਰਮਿਕ ਵਿਅਕਤੀਆਂ ਦੀ ਚੋਣ ਸਿਲੈਕਸ਼ਨ ਨਾਲ ਹੀ ਹੁੰਦੀ ਹੈ, ਨਾ ਕਿ ਜਨ ਸਧਾਰਨ ਰਾਹੀਂ ਵੋਟਾਂ ਨਾਲ। ਇਹੋ ਹੀ ਹਾਲ ਹੈ ਹੋਰ ਮਤਾਂ ਦੀਆਂ ਸਾਰੀਆਂ ਧਾਰਮਿਕ ਸਫਲ ਜਥੇਬੰਦੀਆਂ ਦਾ। ਪਰ ਗੁਰਦੁਆਰਾ ਐਕਟ ਰਾਹੀਂ ਇਹ ਸੱਪ ਸਾਡੇ ਗਲ ਵਿੱਚ ਪੈ ਗਿਆ ਹੈ, ਜਿਸ ਦੇ ਖਮਿਆਜ਼ੇ ਦਾ ਅੰਦਾਜ਼ਾ ਉਸ ਵੇਲੇ ਦੇ ਪੰਥਕ ਦਰਦੀ ਸਿੱਖ ਆਗੂ ਨਹੀਂ ਲਗਾ ਸਕੇ। ਪਰ 4-5 ਪੀੜ੍ਹੀਆਂ ਬਾਅਦ ਅੱਜ ਇਸ ਕੈਂਸਰ ਨੇ SGPC ਅਤੇ DGPC ਦਾ ਕੀ ਹਾਲ ਕਰ ਦਿੱਤਾ ਹੈ, ਇਸ ਪ੍ਰਤੱਖ ਲਈ ਅੱਜ ਸਾਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ। ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਸਿਲੈਕਸ਼ਨ ਚੋਣ ਪ੍ਰਣਾਲੀ ਸਾਨੂੰ ਬਖਸ਼ਿਸ਼ ਕੀਤੀ। ਜਰਾ ਸੋਚੋ, ਜੇਕਰ ਉਸ ਵੇਲੇ ਵੋਟਾਂ ਰਾਹੀਂ ਚੋਣਾਂ ਹੀ ਮਾਪਦੰਡ ਹੁੰਦਾ ਤਾਂ ਕੀ ਬਾਬਾ ਸ੍ਰੀ ਚੰਦ ਜਾਂ ਬਾਬਾ ਬੁੱਢਾ ਜੀ ਨੂੰ ਛੱਡ ਕੇ ਭਾਈ ਲਹਿਣਾ ਜੀ ਬਿਨਾਂ ਕਿਸੇ ਵੋਟਾਂ ਦੇ ਚੁਣੇ ਜਾਂਦੇ? ਕਿ ਕਿਸੇ ਵੀ ਗੁਰੂ ਸਾਹਿਬਾਨ ਦੀ ਚੋਣ ਵੋਟਾਂ ਨਾਲ ਹੋਈ? ਕਿ ਜਦੋਂ 5 ਪਿਆਰੇ ਚੁਣੇ ਗਏ ਉਦੋਂ ਵੋਟਾਂ ਪਈਆਂ? ਜੇ ਵੋਟਾਂ ਵਾਲਾ ਚੋਣ ਢੰਗ ਲਾਗੂ ਹੁੰਦਾ ਤਾਂ ਕੀ ਨਵਾਬ ਕਪੂਰ ਸਿੰਘ ਚੁਣੇ ਜਾਂਦੇ? ਜਾਂ ਮਹਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਬਸੰਮਤੀ ਨਾਲ ਸੁਲਤਾਨ ਕੌਮ ਚੁਣਿਆ ਜਾਂਦਾ? ਬਹੁਸੰਮਤੀ ਚੋਣ ਪ੍ਰਣਾਲੀ ਰਾਹੀਂ ਕੇਵਲ ਬਹੁਤ ਥੋੜੇ ਵਿਅਕਤੀਆਂ ਨੂੰ ਹੀ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਕੋਲ ਵੋਟਾਂ ਹੋਣ, ਜਦਕਿ ਗੁਰਮਤਾ ਸਿਲੈਕਸ਼ਨ ਸਿਸਟਮ ਰਾਹੀਂ ਹਰ ਯੋਗ ਗੁਰਸਿੱਖ ਨੂੰ ਸੇਵਾ ਲਈ ਅੱਗੇ ਲਿਆਉਣ ਦਾ ਬਰਾਬਰ ਮੌਕਾ ਹੈ। ਇੱਥੇ ਵਿਸ਼ੇਸ਼ ਕਰਕੇ ਸਾਡੀ ਜੋ ਨੌਜਵਾਨ ਸਿੱਖ ਪੀੜ੍ਹੀ ਨੂੰ ਵੀ ਸੇਵਾ ਵਿੱਚ ਅੱਗੇ ਆਉਣ ਦਾ ਬਰਾਬਰ ਮੌਕਾ ਮਿਲ ਸਕਦਾ ਹੈ, ਜੋ ਕਿ ਅਜੋਕੇ ਸਮੇਂ ਵਿੱਚ ਸਾਰਿਆਂ ਨੂੰ ਇੱਕ ਸੁਪਨਾ ਜਿਹਾ ਲੱਗ ਰਿਹਾ ਹੈ। ਬਹੁਮਤ ਚੋਣ ਪ੍ਰਣਾਲੀ ਰਾਹੀਂ ਹਮੇਸ਼ਾ ਫੈਸਲਾ ਪੱਖਪਾਤੀ ਅਤੇ ਕਿਸੇ ਇੱਕ ਧੜੇ ਦੇ ਹੱਕ ਵਿੱਚ ਹੋਵੇਗਾ, ਜਦਕਿ ਗੁਰਮਤਾ ਸਿਲੈਕਸ਼ਨ ਸਿਸਟਮ ਵਿੱਚ ਬਿਨਾਂ ਕਿਸੇ ਮੁਕਾਬਲੇ ਦੇ ਹਮੇਸ਼ਾ ਨਿਰਪੱਖ ਅਤੇ ਸਰਬ ਸਾਂਝਾ ਫੈਸਲਾ ਹੋਵੇਗਾ, ਜਿਸ ਵਿੱਚ ਹੀ ਸਾਰਿਆਂ ਦਾ ਭਲਾ ਹੈ। ਵੋਟ ਪ੍ਰਣਾਲੀ ਰਾਹੀਂ ਹਮੇਸ਼ਾ ਹੀ ਸਿਆਸਤ ਅਤੇ ਧੜਾ ਪ੍ਰਧਾਨ ਰਹੇਗਾ। ਗੁਰਮਤਾ ਸਿਲੈਕਸ਼ਨ ਸਿਸਟਮ ਵਿੱਚ ਹਮੇਸ਼ਾ ਧਰਮ, ਗੁਰੂ ਅਤੇ ਸੰਗਤ ਪ੍ਰਧਾਨ ਰਹੇਗੀ। ਬਹੁਮਤ ਚੋਣ ਪ੍ਰਣਾਲੀ ਰਾਹੀਂ ਹਮੇਸ਼ਾ ਨਿੱਜੀ ਹਉਮੈ ਨੂੰ ਪੱਠੇ ਪੈਣਗੇ ਅਤੇ ਤਾਕਤ ਹਾਸਲ ਕਰਨ ਦੀ ਰੁਚੀ ਪੈਦਾ ਹੋਵੇਗੀ, ਜਦਕਿ ਸਿਲੈਕਸ਼ਨ ਸਿਸਟਮ ਵਿੱਚ ਹਮੇਸ਼ਾ ਸਮਰਪਣ, ਨਿਮਰਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਬਲ ਮਿਲੇਗਾ ਅਤੇ ਸੇਵਾ ਦਾ ਸੰਕਲਪ ਅੱਗੇ ਆਵੇਗਾ। ਬਹੁਮਤ ਚੋਣ ਪ੍ਰਣਾਲੀ ਹਮੇਸ਼ਾ ਧੜੇਬੰਦੀ ਬਣਾਉਣ ਨੂੰ ਉਤਸ਼ਾਹਿਤ ਕਰੇਗੀ, ਜਦਕਿ ਸਿਲੈਕਸ਼ਨ ਸਿਸਟਮ ਹਮੇਸ਼ਾ ਏਕਤਾ ਵੱਲ ਲੈ ਕੇ ਜਾਵੇਗਾ। ਬਹੁਮਤ ਚੋਣ ਪ੍ਰਣਾਲੀ ਵਿੱਚ ਇੱਕ ਦੂਜੇ ਨੂੰ ਹਰਾਉਣ ਜਾਂ ਥੱਲੇ ਲਾਉਣ ਦਾ ਮਾਹੌਲ ਪੈਦਾ ਹੁੰਦਾ ਹੈ, ਜਦਕਿ ਗੁਰਮਤਾ ਸਿਲੈਕਸ਼ਨ ਸਿਸਟਮ ਰਾਹੀਂ ਸਰਬਸੰਮਤੀ ਲਿਆਉਣ ਲਈ ਸਾਨੂੰ ਇੱਕ ਦੂਜੇ ਦਾ ਦਿਲ ਜਿੱਤਣ ਦੀ ਲੋੜ ਪੈਂਦੀ ਹੈ। ਬਹੁਮਤ ਚੋਣ ਪ੍ਰਣਾਲੀ ਵਿੱਚ ਹਰ ਕਿਸੇ ਨੂੰ ਕਿਸੇ ਧੜੇ ਨਾਲ ਜੁੜਨਾ ਪਵੇਗਾ, ਜਦਕਿ ਗੁਰਮਤਾ ਸਿਲੈਕਸ਼ਨ ਪ੍ਰਣਾਲੀ ਵਿੱਚ ਧੜਿਆਂ ਤੋਂ ਰਹਿਤ ਸੰਗਤ ਗੁਰੂ ਦਾ ਰੂਪ ਬਣ ਜਾਵੇਗੀ, ਜਿਸ ਦਾ ਧੜਾ ਕੇਵਲ ਇੱਕ ਵਾਹਿਗੁਰੂ ਨਾਲ ਹੀ ਹੁੰਦਾ ਹੈ। ਵੋਟ ਪ੍ਰਣਾਲੀ ਇੱਕ ਪਪੂਲੈਰਿਟੀ ਕਨਸੈਪਟ ਹੈ, ਜਦਕਿ ਗੁਰਮਤਾ ਸਿਲੈਕਸ਼ਨ ਪ੍ਰਣਾਲੀ ਪੰਜ ਪ੍ਰਮਾਣ, ਪੰਜ ਪ੍ਰਧਾਨ ਦਾ ਕਨਸੈਪਟ ਹੈ, ਜਿਸ ਵਿੱਚ ਹਰ ਵੀਰ ਭੈਣ ਜੋ ਸੇਵਾ ਕਰਨ ਲਈ ਵਚਨਬੱਧ ਗੁਰਸਿੱਖ ਪੰਥ ਹੈ, ਉਹ ਗੁਰੂ ਅਤੇ ਸੰਗਤ ਨੂੰ ਸਰਬਸੰਮਤੀ ਨਾਲ ਪ੍ਰਵਾਨ ਹੁੰਦਾ ਹੈ। ਬਹੁਮਤ ਚੋਣ ਪ੍ਰਣਾਲੀ ਧੜਿਆਂ ਦੀ ਮਦਦ ਕਾਇਮ ਰੱਖਣ ਲਈ ਅਸੂਲਾਂ ਦੀ ਕੁਰਬਾਨੀ ਦਿੰਦੀ ਹੈ, ਜਦਕਿ ਗੁਰਮਤਾ ਸਿਲੈਕਸ਼ਨ ਪ੍ਰਣਾਲੀ ਸਾਨੂੰ ਗੁਰਮਤ ਅਸੂਲਾਂ ਤੇ ਪਹਿਰਾ ਦੇਣ ਲਈ ਬਲ ਦਿੰਦੀ ਹੈ, ਭਾਵੇਂ ਸਾਰਾ ਜੱਗ ਇੱਕ ਪਾਸੇ ਹੋ ਜਾਵੇ। ਬਹੁਮਤ ਚੋਣ ਪ੍ਰਣਾਲੀ ਵਿੱਚ ਹਮੇਸ਼ਾ ਇੱਕ ਧੜੇ ਦਾ ਪ੍ਰਬੰਧਕ ਚੁਣਿਆ ਜਾਵੇਗਾ, ਜਦਕਿ ਗੁਰਮਤਾ ਸਿਲੈਕਸ਼ਨ ਪ੍ਰਣਾਲੀ ਵਿੱਚ ਸਾਰੀ ਸੰਗਤ ਦੇ ਸਾਂਝੇ ਨੁਮਾਇੰਦੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਜਾਣਗੇ। ਵੋਟ ਪ੍ਰਣਾਲੀ ਵਿੱਚ ਅਕਸਰ ਗੈਰ ਧਾਰਮਿਕ ਰੁਚੀ ਰੱਖਣ ਵਾਲੇ ਜਾਂ ਸਵਾਰਥੀ ਰਾਜਨੀਤਿਕ ਲੋਕ ਆਪਣੇ ਹਿੱਤ ਦੀ ਪੂਰਤੀ ਲਈ ਗਲਤ ਰੋਲ ਅਦਾ ਕਰਨ ਦਾ ਮੌਕਾ ਲੱਭ ਸਕਦੇ ਹਨ, ਜਦਕਿ ਗੁਰਮਤਾ ਸਿਲੈਕਸ਼ਨ ਪ੍ਰਣਾਲੀ ਵਿੱਚ ਜਦ ਧੜਿਆਂ ਦੀ ਮਹੱਤਤਾ ਹੀ ਘਟ ਜਾਂਦੀ ਹੈ ਤਾਂ ਕੇਵਲ ਸੇਵਾ ਕਰਨ ਦੇ ਮਨੋਰਥ ਨੂੰ ਹੀ ਬੜਾਵਾ ਮਿਲੇਗਾ ਅਤੇ ਉਹਨਾਂ ਲੋਕਾਂ ਦਾ ਹੀ ਇੰਟਰਸਟ ਗੁਰਦੁਆਰੇ ਵਿੱਚ ਵਧੇਗਾ ਜਿਨ੍ਹਾਂ ਦਾ ਮਨੋਰਥ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਮੁਤਾਬਕ ਸੇਵਾ ਕਰਨਾ ਹੋਵੇਗਾ। ਬਹੁਮਤ ਚੋਣ ਪ੍ਰਣਾਲੀ ਵਿੱਚ ਆਪਣੇ ਧੜੇ ਨੂੰ ਕਾਮਯਾਬ ਕਰਨ ਲਈ ਅਕਸਰ ਆਪਣੇ ਧੜੇ ਦੀਆਂ ਖੂਬੀਆਂ ਅਤੇ ਦੂਜੀ ਪਾਰਟੀ ਦੇ ਨੁਕਸ ਦੱਸ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਂਦੀਆਂ ਹਨ ਅਤੇ ਵੋਟਾਂ ਹਾਸਲ ਕਰਨ ਲਈ ਅਕਸਰ ਹਰ ਚੰਗੇ ਮਾੜੇ ਤਰੀਕੇ ਵਰਤੇ ਜਾਂਦੇ ਹਨ, ਕਿਉਂਕਿ ਜ਼ਿਆਦਾ ਵੋਟਾਂ ਦਾ ਅਰਥ ਹੀ ਕਾਮਯਾਬੀ ਹੁੰਦਾ ਹੈ। ਪਰ ਅਜਿਹੇ ਗੈਰ ਇਖਲਾਕੀ ਕੰਮ ਕਰਕੇ ਕਾਮਯਾਬੀ ਧਾਰਮਿਕ ਸਥਾਨਾਂ ਦੇ ਭਵਿੱਖ ਲਈ ਹਾਨੀਕਾਰਕ ਸਾਬਤ ਹੁੰਦੀ ਹੈ, ਕਿਉਂਕਿ ਅਜਿਹੀ ਕਾਮਯਾਬੀ ਲਈ ਵਰਤੇ ਬੁਰੇ ਤਰੀਕੇ ਜਾਂ ਗਲਤ ਲੋਕਾਂ ਦੀ ਲਈ ਮਦਦ ਭਵਿੱਖ ਵਿੱਚ ਦਲਦਲ ਵਿੱਚ ਹੀ ਧੱਕਦੀ ਰਹਿੰਦੀ ਹੈ। ਇਸ ਦੇ ਮੁਕਾਬਲੇ ਜੇ ਵੋਟਾਂ ਹੀ ਨਾ ਹੋਈਆਂ ਤਾਂ ਧੜਿਆਂ ਦੀ ਲੜਾਈ ਹੀ ਨਹੀਂ ਹੋਵੇਗੀ। ਸੇਵਾ ਵਿੱਚ ਅੱਗੇ ਆਉਣ ਲਈ ਕਿਸੇ ਨੂੰ ਵੋਟਾਂ ਲੈਣ ਲਈ ਕੰਪੇਨਿੰਗ ਕਰਨ ਦੀ ਲੋੜ ਹੀ ਨਹੀਂ ਰਹੇਗੀ, ਜਿਸ ਨਾਲ ਧਰਮ ਸਥਾਨਾਂ ਦੇ ਪ੍ਰਬੰਧ ਲਈ ਪ੍ਰਚਲਿਤ ਹੋ ਰਹੀਆਂ ਗਲਤ ਪਰੰਪਰਾਵਾਂ ਨੂੰ ਠੱਲ ਪਵੇਗੀ। ਵੋਟ ਪ੍ਰਣਾਲੀ ਵਿੱਚ ਧੜੇਬੰਦੀ ਦੇ ਸਿੱਟੇ ਹਨ ਦੂਜੇ ਗਰੁੱਪ ਦੇ ਬੰਦਿਆਂ ਦੀ ਬੇਇੱਜ਼ਤੀ, ਵਿਰੋਧਤਾ, ਨਾ ਮਿਲਵਰਤਨ, ਅਸਹਿਯੋਗ, ਜਦਕਿ ਗੁਰਮਤਾ ਸਿਲੈਕਸ਼ਨ ਵਿੱਚ ਸਰਬਸੰਮਤੀ ਹੋਣ ਕਰਕੇ
ਸਾਰੀ ਸੰਗਤ ਦਰਮਿਆਨ ਆਪਸੀ ਸਨਮਾਨ, ਸਮਰਥਨ ਅਤੇ ਸਹਿਯੋਗ ਪੈਦਾ ਹੋਵੇਗਾ। ਬਹੁਮਤ ਚੋਣ ਪ੍ਰਣਾਲੀ ਵਿੱਚ ਵਿਰੋਧੀ ਧੜੇ ਨੂੰ ਹਰਾਉਣ ਲਈ ਅਸੀਂ ਕਮਿਊਨਿਟੀ ਦੇ ਵਿੱਤੀ ਅਤੇ ਮਨੁੱਖੀ ਸੋਮਿਆਂ ਦੀ ਦੁਰਵਰਤੋਂ ਅਤੇ ਬਰਬਾਦੀ ਕਰ ਬੈਠਦੇ ਹਾਂ, ਅਤੇ ਜੇਕਰ ਸਰਬਸੰਮਤੀ ਨਾਲ ਪ੍ਰਬੰਧਕ ਚੋਣ ਹੋ ਜਾਵੇ ਤਾਂ ਸਾਡੇ ਇਹ ਸਾਰੇ ਸੋਮੇ ਸਿੱਖ ਕਮਿਊਨਿਟੀ ਦੇ ਭਲੇ ਲਈ ਹੀ ਵਰਤੇ ਜਾਣਗੇ। ਬਹੁਮਤ ਚੋਣ ਪ੍ਰਣਾਲੀ ਵਿੱਚ ਗੁਰਦੁਆਰੇ ਦਾ ਭਵਿੱਖ ਕੇਵਲ ਇੱਕ ਧੜੇ ਦੇ ਹੱਥ ਵਿੱਚ ਹੀ ਰਹੇਗਾ, ਜਦਕਿ ਗੁਰਮਤੇ ਰਾਹੀਂ ਸਰਬਸੰਮਤੀ ਸਿਲੈਕਸ਼ਨ ਪ੍ਰਣਾਲੀ ਵਿੱਚ ਇਸ ਸੰਸਥਾ ਦਾ ਪ੍ਰਬੰਧ ਹਮੇਸ਼ਾ ਸਾਂਝੇ ਤੌਰ ਤੇ ਸੰਗਤ ਅਤੇ ਗੁਰੂ ਤੇ ਹੀ ਨਿਰਭਰ ਕਰੇਗਾ। ਬਹੁਮਤ ਚੋਣ ਪ੍ਰਣਾਲੀ ਸਿੱਖ ਸਮੁਦਾਇ ਦਾ ਵਿਭਾਜਨ ਕਰਦੀ ਹੈ, ਜਦਕਿ ਸਰਬਸੰਮਤੀ ਸਿਲੈਕਸ਼ਨ ਪ੍ਰਣਾਲੀ ਸਿੱਖ ਕਮਿਊਨਿਟੀ ਵਿੱਚ ਏਕਤਾ ਰੱਖਦੀ ਹੈ। ਬਹੁਮਤ ਚੋਣ ਪ੍ਰਣਾਲੀ ਦੁਆਰਾ ਪਾਈ ਵੰਡ ਪਰਿਵਾਰਾਂ, ਦੋਸਤਾਂ ਅਤੇ ਕਮਿਊਨਿਟੀ ਵਿੱਚ ਫੁੱਟ ਅਤੇ ਲੜਾਈ ਦਾ ਕਾਰਨ ਬਣਦੀ ਹੈ, ਤੇ ਸਰਬਸੰਮਤੀ ਨਾਲ ਕੀਤੀ ਚੋਣ ਸਾਰਿਆਂ ਨੂੰ ਇਕੱਠੇ ਰੱਖਦੀ ਹੈ। ਸੋ ਇਲੈਕਸ਼ਨ ਜਿੱਥੇ ਇੱਕ ਵਿਨ ਲੂਜ਼ ਗੇਮ ਹੈ, ਉੱਥੇ ਸਿਲੈਕਸ਼ਨ ਇੱਕ ਵਿਨ ਵਿਨ ਗੇਮ ਹੈ। ਵੋਟ ਪ੍ਰਣਾਲੀ ਦੁਆਰਾ ਚੋਣ ਸ਼ਹਿਰਾਂ, ਪ੍ਰਾਂਤਾਂ ਅਤੇ ਦੇਸ਼ਾਂ ਦੇ ਸ਼ਾਸਨ ਨੂੰ ਚੁਣਨ ਲਈ ਠੀਕ ਹੈ, ਲੇਕਿਨ ਗੁਰਦੁਆਰੇ ਵਿੱਚ ਨਹੀਂ, ਕਿਉਂਕਿ ਇਹ ਸਿੱਖ ਕਮਿਊਨਿਟੀ ਵਿੱਚ ਪੱਖਪਾਤ ਅਤੇ ਫੁੱਟ ਦੀ ਮੁੱਖ ਜੜ ਹੈ। ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਰੂਪ ਸੰਗਤ ਰਾਹੀਂ ਗੁਰੂ ਦੇ ਅਸ਼ੀਰਵਾਦ ਨਾਲ ਕੇਵਲ ਸਰਬਸੰਮਤੀ ਨਾਲ ਗੁਰਮਤਾ ਕਰਕੇ ਕੀਤੀ ਸਿਲੈਕਸ਼ਨ ਹੀ ਸਿੱਖ ਸਮੁਦਾਇ ਨੂੰ ਇਕਜੁੱਟ ਰੱਖਣ ਦੇ ਲਈ ਦਲਗਤ ਰਾਜਨੀਤੀ ਦੇ ਅੰਤ ਅਤੇ ਇੱਕ ਮਜ਼ਬੂਤ ਗੁਰੂ ਮੁਖ ਸੰਗਤ ਵਿਕਸਿਤ ਕਰਨ ਦਾ ਤਰੀਕਾ ਹੈ। ਸਾਧ ਸੰਗਤ ਜੀ, ਹਰ ਸਮੱਸਿਆ ਦੇ ਹੱਲ ਲਈ ਅਸੀਂ ਇੱਕ ਵਿਸ਼ੇਸ਼ ਮਾਹਰ ਵਿਅਕਤੀ ਕੋਲ ਜਾਂਦੇ ਹਾਂ, ਜੋ ਉਸ ਸਮੱਸਿਆ ਨੂੰ ਸਮਝ ਕੇ ਇਹ ਜਾਣਦਾ ਹੈ ਕਿ ਇਸ ਨੂੰ ਕਿਵੇਂ ਹੱਲ ਕਰਨਾ ਹੈ। ਕਿ ਅਸੀਂ ਟੀਵੀ ਦੀ ਮੁਰੰਮਤ ਲਈ ਕਾਰ ਮਕੈਨਿਕ ਕੋਲ ਜਾਂਦੇ ਹਾਂ, ਜੇ ਕੋਈ ਬਿਮਾਰ ਹੋਵੇ ਤਾਂ ਉਹ ਡਾਕਟਰ ਕੋਲ ਹੀ ਜਾਂਦਾ ਹੈ। ਇਸੇ ਤਰ੍ਹਾਂ ਗੁਰਦੁਆਰੇ ਉਹ ਹਸਪਤਾਲ ਹਨ ਜਿੱਥੇ ਸੰਗਤ ਅਤੇ ਬਾਣੀ ਰਾਹੀਂ ਅਧਿਆਤਮਕ ਰੋਗੀਆਂ ਦਾ ਇਲਾਜ ਹੁੰਦਾ ਹੈ। ਪਰ ਜੇ ਗੁਰਦੁਆਰਿਆਂ ਵਿੱਚ ਹੀ ਸਾਡੀ ਧੜੇਬੰਦੀ ਕਰਕੇ ਇਹ ਨਹੀਂ ਹੋ ਪਾ ਰਿਹਾ, ਤਾਂ ਇਸ ਸਮੱਸਿਆ ਦਾ ਸਮਾਧਾਨ ਕਰਨ ਲਈ ਸਾਨੂੰ ਕੇਵਲ ਗੁਰੂ ਦਾ ਹੀ ਲੜ ਫੜਨਾ ਪੈਣਾ ਹੈ। ਸੋ ਆਓ ਕੋਸ਼ਿਸ਼ ਕਰੀਏ ਆਪਣੇ ਸਰੀਰਾਂ ਵਿੱਚ ਗੁਰਮਤ ਰਾਹੀਂ ਸਿੱਖ ਮਨ ਪ੍ਰਫੁੱਲਤ ਕਰਨ ਦੀ, ਅਤੇ ਲਈਏ ਮਾਰਗ ਦਰਸ਼ਨ ਗੁਰੂ ਤੋਂ ਗੁਰਮਤਾ ਪ੍ਰਣਾਲੀ ਨੂੰ ਪੁਨਰ ਸੁਰਜੀਤ ਕਰਕੇ ਅਮਲ ਵਿੱਚ ਲਿਆਉਣ ਦਾ, ਤਾਂ ਕਿ ਅਸੀਂ ਸਰਬਸੰਮਤੀ ਨਾਲ ਗੁਰਦੁਆਰਿਆਂ ਵਿੱਚ ਪ੍ਰਬੰਧਕ ਸੇਵਾ ਦੀ ਚੋਣ ਕਰ ਸਕੀਏ ਅਤੇ ਸਿੱਖ ਸਮੁਦਾਇ ਨੂੰ ਇੱਕ ਸੂਤਰ ਵਿੱਚ ਪਰੋ ਕੇ ਬਾਣੀ ਅਤੇ ਸੰਗਤ ਨਾਲ ਨਰੋਆ ਰੱਖ ਸਕੀਏ। ਆਓ ਹਮੇਸ਼ਾ ਯਾਦ ਰੱਖੀਏ ਕਿ ਵੋਟਾਂ ਦੀ ਚੋਣ ਪ੍ਰਣਾਲੀ ਵਿੱਚ ਹਮੇਸ਼ਾ ਹੀ ਧੜੇ ਬਣਦੇ ਅਤੇ ਪਲਦੇ ਹਨ, ਅਤੇ ਧੜਿਆਂ ਵਿੱਚ ਲੜਾਈ ਹੁੰਦੀ ਹੀ ਹੈ। ਸਰਕਾਰ ਨੂੰ ਇਹ ਸਿਸਟਮ ਚੰਗਾ ਲੱਗਾ, ਸਾਡੇ ਮੱਥੇ ਮੜ ਦਿੱਤਾ, ਕਿਉਂਕਿ ਉਹ ਸਾਨੂੰ ਡਿਵਾਈਡ ਕਰਕੇ ਆਪਸ ਵਿੱਚ ਲੜਾ ਕੇ ਕਮਜ਼ੋਰ ਕਰਨਾ ਚਾਹੁੰਦੇ ਸਨ। ਪਰ ਗੁਰੂ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਆਪਾਂ ਧੜਿਆਂ ਵਿੱਚ ਨਹੀਂ ਵੰਡ ਹੋਣਾ। ਇਹ ਸਾਰੀ ਦੁਨੀਆ ਧੜਿਆਂ ਵਿੱਚ ਵੰਡੀ ਹੋਈ ਹੈ, ਪਰ ਸਿੱਖ ਨੇ ਤਾਂ ਕੇਵਲ ਇੱਕ ਅਕਾਲ ਪੁਰਖ ਨਾਲ ਹੀ ਧੜਾ ਬਣਾਉਣਾ ਹੈ। किस ही तड़ा किया सिकदार चौधरी नाल अपने सुआई, हमारा तड़ा हर रहया समाई। हम हर स्यों तड़ा किया मेरी हर टेक, मैं हर बिन पख तड़ा अवर ना कोई, हों हर गुण गावा असंख्य अनेक। गुरुद्वारा प्रबंध प्रणाली ਨੂੰ ਸੁਧਾਰਨਾ ਸਿੱਖਾਂ ਤੇ ਹੀ ਨਿਰਭਰ ਹੈ। ਗੁਰਦੁਆਰੇ ਦੇ ਸੁਚੱਜੇ ਸਰਬ ਪ੍ਰਵਾਨਿਤ ਸਾਰਿਆਂ ਲਈ ਬਰਾਬਰ ਸੇਵਾ ਦਾ ਮੌਕਾ ਪ੍ਰਦਾਨ ਕਰਨ ਵਾਲੇ ਅਤੇ ਸਾਰਿਆਂ ਦੇ ਸਾਂਝੇ ਅਤੇ ਸਭ ਨੂੰ ਇਕੱਠੇ ਨਾਲ ਲੈ ਕੇ ਚੱਲਣ ਵਾਲੇ ਪ੍ਰਬੰਧ ਲਈ ਸਿੱਖ ਪਰੰਪਰਾਵਾਂ ਨੂੰ ਸੁਰਜੀਤ ਕਰਨਾ ਕੇਵਲ ਸਿੱਖਾਂ ਤੇ ਹੀ ਨਿਰਭਰ ਕਰਦਾ ਹੈ। ਪਰ ਸਾਨੂੰ ਅੱਜ ਇਹ ਲੱਗਦਾ ਹੈ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਸਾਧ ਸੰਗਤ ਜੀ, ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਵੋਟਾਂ ਵਾਲੇ ਚੋਣ ਸਿਸਟਮ ਦਾ ਸ਼ਿਕਾਰ ਹੋ ਕੇ ਅੱਜ ਜੋ ਕੌਮੀ ਨੁਕਸਾਨ ਹੋ ਰਿਹਾ ਹੈ, ਅਸੀਂ ਅੱਜ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਦੋਸ਼ੀ ਹਾਂ। ਇਸ ਲਈ ਗੁਰਦੁਆਰਾ ਪ੍ਰਬੰਧ ਚੋਣ ਪ੍ਰਣਾਲੀ ਵਿੱਚ ਲੋੜੀਂਦਾ ਸੁਧਾਰ ਹੀ ਕਮਿਊਨਿਟੀ ਨੂੰ ਏਕਤਾ ਵੱਲ ਲੈ ਕੇ ਜਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਇਹ ਕਰਨਾ ਬਹੁਤ ਕਠਿਨ ਜਾਪਦਾ ਹੈ, ਪਰ ਅਜਿਹੀ ਵੀ ਕੋਈ ਐਸੀ ਗੱਲ ਨਹੀਂ ਹੈ। ਜੇ ਅਸੀਂ ਅੱਜ ਵੀ ਗੁਰੂ ਦੀ ਮੱਤ ਅੱਗੇ ਆਪਣੀ ਮੱਤ ਨੂੰ ਸਮਰਪਣ ਕਰ ਦਈਏ ਤਾਂ ਇਹ ਸਭ ਕੁਝ ਬੜੀ ਆਸਾਨੀ ਨਾਲ ਹੋ ਸਕਦਾ ਹੈ। ਸੋ ਆਓ ਸਾਰੇ ਰਲ ਮਿਲ ਕੇ ਕੰਮ ਕਰੀਏ। ਗੁਰਦੁਆਰਿਆਂ ਵਿੱਚ ਦਲਗਤ ਰਾਜਨੀਤੀ ਨੂੰ ਖਤਮ ਕਰਕੇ ਅਸਲੀ ਅਤੇ ਦੀਰਘਕਾਲਕ ਏਕਤਾ ਵੱਲ ਵਧਣ ਲਈ ਵੋਟਾਂ ਦੇ ਇਲੈਕਸ਼ਨ ਸਿਸਟਮ ਦੀ ਥਾਂ ਗੁਰਮਤੇ ਦੇ ਸਰਬਸੰਮਤੀ ਸਿਲੈਕਸ਼ਨ ਸਿਸਟਮ ਨੂੰ ਅਮਲੀ ਜਾਮਾ ਪਹਿਨਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।